ਆਪਾਂ ਮੈਟਲ ਦਾ ਨੇਮ ਕਿਵੇਂ ਦੇਣਾ ਹੈ, ਲਿਗੈਂਡ ਦਾ ਨੇਮ ਕਿਵੇਂ ਦੇਣਾ ਹੈ, ਉਹ ਸਭ ਕੁਝ ਦੇਖ ਲਿਆ। ਹੁਣ ਆਪਾਂ ਕੁਝ ਐਗਜ਼ਾਮਪਲਸ ਕਰਦੇ ਹਾਂ, ਕੁਝ ਕੁ ਹੋਰ ਰੂਲਸ ਵੀ ਹੈ, ਉਹ ਜਿਵੇਂ ਜਿਵੇਂ ਐਗਜ਼ਾਮਪਲਸ ਆਉਣਗੀਆਂ ਉਵੇਂ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਬਟ ਜਿੰਨੇ ਕੁ ਰੂਲਸ ਦੀ ਫਿਲਹਾਲ ਤੁਹਾਨੂੰ ਜ਼ਰੂਰਤ ਹੈ ਉਹ ਤੁਸੀਂ ਦੇਖ ਲਿਆ। ਹੁਣ ਆਪਾਂ ਕੁਝ ਐਗਜ਼ਾਮਪਲਸ ਦੇ ਕੇ ਰੂਲਸ ਨੂੰ ਅਪਲਾਈ ਕਰਦੇ ਹਾਂ। ਫॉर एग्जांपल ਸਪੋਜ਼ ਕਰੋ ਕਿ ਮੈਂ ਸਭ ਤੋਂ ਪਹਿਲਾਂ ਮੋਲੀਕਿਊਲ ਲੈ ਲੈਣਾ ਹੈ, ਇਹ ਵਾਲਾ ਲੈ ਲੈਣਾ ਹੈ, ਨਿਕਲ NiNH3 6 2 ਪੋਜ਼ਿਟਿਵ, ठीक है। फॉर एग्जांपल मेरे को एक कोऑर्डिनेशन कंपाउंड है, मैं इसका नेम देना है। इस देखो प्राइमरी वैलेंसी वाले सारे एटम्स जो है वो ब्रेक किए हुए हैं, आयनाइज ऑलरेडी किया हुआ मॉलिक्यूल ਨੂੰ ਤੁਸੀਂ ਸਿਰਫ ਇੰਨੇ ਦਾ ਨੇਮ ਦੇਣਾ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਦੇਖਣਾ ਹੈ, ਤੁਸੀਂ ਦੇਖਣਾ ਵੀ ਕੰਪਲੈਕਸ ਦੇ ਉੱਪਰ ਚਾਰਜ ਕਿਹੜਾ ਹੈ। ਤਾਂ ਕੰਪਲੈਕਸ ਦੇ ਉੱਪਰ ਪੋਜ਼ਿਟਿਵ ਚਾਰਜ ਹੈ, मतलब दिस इज द कैटायनिक कंप्लेक्स, ठीक है। तो अगर कैटायनिक कंप्लेक्स है तो मैं ਤੁਹਾਨੂੰ ਕਿਹਾ ਵੀ ਮੈਟਲ ਦਾ ਨੇਮ ਜੋ ਹੈ ਉਹ ਐਜ਼ ਇਟ ਇਜ਼ ਹੀ ਦੇਣਾ ਹੈ। ਮੈਟਲ ਦੇ ਨੇਮ ਦੇ ਵਿੱਚ ਕੋਈ ਚੇਂਜ ਨਹੀਂ ਕਰਨੀ। ਨਿਕਲ ਹੈ ਤਾਂ ਉਸ ਨੂੰ ਨਿਕਲ ਹੀ ਲਿਖਿਆ ਜਾਏਗਾ, ਉਸ ਨੂੰ ਨਿਕਲੇਟ ਨਹੀਂ ਲਿਖਣਾ। ਫॉर एग्जांपल ਇੱਥੇ 네ਗੇਟਿਵ ਚਾਰਜ ਹੁੰਦਾ ਤਾਂ ਨਿਕਲ ਦਾ ਨਿਕਲੇਟ ਬਣ ਜਾਂਦਾ, ਠੀਕ ਹੈ। ਪੋਜ਼ਿਟਿਵ ਹੈ, ਨਿਊਟਰਲ ਹੈ ਤਾਂ ਨਿਕਲ ਹੀ ਰਹੇਗਾ। ਅੱਛਾ, ਨੈਕਸਟ ਜੋ ਚੀਜ਼ ਹੈ ਤੁਸੀਂ ਚੈੱਕ ਕਰਨੀ ਹੈ ਮੈਟਲ ਦੀ ਆਕਸੀਡੇਸ਼ਨ ਸਟੇਟ। ਮੈਟਲ ਦੀ ਆਕਸੀਡੇਸ਼ਨ ਸਟੇਟ ਕਿਵੇਂ ਕਰਨੀ ਹੈ, ਨਿਕਲ ਦੇ ਉੱਪਰ ਚਾਰਜ ਲਿਖ ਲਓ x, ਨਿਕਲ ਦਾ ਆਪਾਂ ਆਕਸੀਡੇਸ਼ਨ ਸਟੇਟ ਮੰਨ ਲਈ x। ਅਮੋਨੀਆ ਦਾ ਚਾਰਜ ਹੁੰਦਾ 0, ਠੀਕ ਹੈ। ਤਾਂ ਕਿਵੇਂ ਕੱਢੋਗੇ, x into 1 x plus 0 into 6 0 is equal to x into 1 x 0 into 6 0 is equal to ओवरऑल चार्ज, मतलब स्क्वायर ब्रैकेट ਦੇ ਉੱਪਰ ਕਿੰਨਾ ਚਾਰਜ ਹੈ, स्क्वायर ब्रैकेट ਦੇ ਉੱਪਰ ਕਿੰਨਾ ਚਾਰਜ ਹੈ +2। ਤਾਂ x ਦੀ ਵੈਲਿਊ ਕਿੰਨੀ ਆ ਗਈ +2, मतलब ਨਿਕਲ ਦੀ ਜੋ ਆਕਸੀਡੇਸ਼ਨ ਸਟੇਟ ਹੈ ਉਹ ਤੁਹਾਡੇ ਕੋਲੇ +2 ਆ ਗਈ, ਠੀਕ ਹੈ। ਆਕਸੀਡੇਸ਼ਨ ਸਟੇਟ ਹਮੇਸ਼ਾ ਮੈਟਲ ਦੇ ਨਾਲ ਬ੍ਰੈਕਟ ਦੇ ਵਿੱਚ ਰੋਮਨ ਲੈਟਰਸ ਦੇ ਵਿੱਚ ਲਿਖਣੀ ਹੈ। ਪੋਜ਼ਿਟਿਵ ਹੈ ਤਾਂ ਐਜ਼ ਇਟ ਇਜ਼, ਅਗਰ 네ਗੇਟਿਵ ਆ ਗਈ ਤਾਂ ਮੂਰੇ ਮਾਈਨਸ ਲਿਖ ਦਿਓ, ਠੀਕ ਹੈ। ਬ੍ਰੈਕਟ ਦੇ ਵਿੱਚ ਮੰਨ ਲਓ -2 ਆਂਦਾ ਤਾਂ ਆਪਾਂ ਮੂਰੇ ਮਾਈਨਸ ਲਗਾ ਦਿੰਦੇ, ਪਰ +2 ਹੈ ਤਾਂ ਐਜ਼ ਇਟ ਇਜ਼ ਸਿੰਪਲ 2 ਲਿਖਣਾ ਰੋਮਨ ਲੈਟਰਸ ਦੇ ਵਿੱਚ। ਚਲੋ ਆਕਸੀਡੇਸ਼ਨ ਸਟੇਟ ਆ ਗਈ। ਹੁਣ ਆਪਾਂ ਨੇਮ ਦੇਈਏ ਲਿਗੈਂਡ ਨੂੰ। ਆਪਾਂ ਸਭ ਤੋਂ ਪਹਿਲਾਂ ਲਿਗੈਂਡ ਦਾ ਨੇਮ ਦੇਣਾ ਹੈ ਨਾ। ਹੁਣ ਤਾਂ ਲਿਗੈਂਡ ਇਸ ਦੇ ਵਿੱਚ ਅਮੋਨੀਆ ਹੈ। ਲਿਗੈਂਡ ਦਾ ਨੇਮ ਕੀ ਹੁੰਦਾ ਹੈ, ਅਮੋਨੀਆ ਦਾ ਨੇਮ ਤੁਸੀਂ ਉਸ ਟੇਬਲ ਚੋਂ ਦੇਖ ਲੈਣਾ ਹੈ। ਅਮੋਨੀਆ ਦਾ ਜੋ ਨੇਮ ਹੈ ਦੈਟ ਇਜ਼ ਅਮਾਈਨ, ਠੀਕ ਹੈ। ਤਾਂ ਹੁਣ ਇੱਕੋ ਹੀ ਲਿਗੈਂਡ ਹੈ ਅਮੋਨੀਆ, ਹੋਰ ਤਾਂ ਕੋਈ ਕਲੋਰੀਨ ਬ੍ਰੋਮੀਨ ਕੁਝ ਨਹੀਂ ਲੱਗਿਆ ਹੋਇਆ। ਨਿਕਲ ਹੋ ਗਿਆ, ਅਮੋਨੀਆ ਹੋ ਗਿਆ, ਸਭ ਕੁਝ ਹੋ ਗਿਆ। ਹੁਣ ਆਪਾਂ ਇਹਨੂੰ ਜੋੜੀਏ ਤਾਂ ਜੋੜ ਕੇ ਕਿਵੇਂ ਨੇਮ ਲਿਖਣਾ, ਸਭ ਤੋਂ ਪਹਿਲਾਂ ਲਿਗੈਂਡ ਦਾ, ਲਿਗੈਂਡ ਕਿਹੜਾ ਹੈ ਅਮਾਈਨ। ਅਮਾਈਨ ਕਿੰਨੇ ਲਿਗੈਂਡਸ ਹੈ 6 ਦਾ मतलब ਹੈਕਸਾ, HEXA ਹੈਕਸਾ ਅਮਾਈਨ, ਠੀਕ ਹੈ। ਇਹ ਬਣ ਜਾਏਗਾ ਤੁਹਾਡੇ ਕੋਲੇ ਹੈਕਸਾ ਅਮਾਈਨ, HEXAAMMINE। ਇੱਥੇ ਕੋਈ ਡਬਲ ਏ ਆ ਗਿਆ, ਦੋ ਏ ਇਕੱਠੇ ਆ ਗਏ ਤਾਂ ਇਸ ਨੂੰ ਇਹ ਨਹੀਂ ਹੈਗਾ ਤੁਸੀਂ ਕਦੀ ਏ ਕੱਟ ਦੋ, ਕੁਝ ਨਹੀਂ ਕੱਟਣਾ। ਦੋ ਏ ਆ ਗਏ ਤਾਂ ਦੋਨੇ ਏ ਪਏ ਰਹਿਣ ਦਿਓ, ਠੀਕ ਹੈ। ਤਾਂ ਐਜ਼ ਇਟ ਇਜ਼ ਚਲਾਣਾ ਹੈਕਸਾ ਅਮਾਈਨ। अब हेक्सा हो गया, अमाइन हो गया, इस तो बाद मेटल, मेटल किहड़ी है निकल, तो NiCKEL निकल। निकल तो बाद ऑक्सीडेशन स्टेट कितनी है इसकी 2, ठीक है। ਤਾਂ ਪੂਰੀ ਸਕੁਅਰ ਬ੍ਰੈਕਟ ਦਾ ਨੇਮ ਤੁਸੀਂ ਇਸ ਤਰੀਕੇ ਨਾਲ ਦੇਣਾ ਹੈ ਤੇ ਕੋਈ ਵੀ ਲੈਟਰ ਜੋ ਹੈ ਉਹ ਕੈਪੀਟਲ ਨਹੀਂ ਰੱਖਣਾ, ਸਾਰੇ ਲੈਟਰਸ ਜੋ ਹੈ ਉਹ ਸਮਾਲ ਰੱਖਣੇ ਆ, ਠੀਕ ਹੈ। ਕੋਈ ਵੀ ਕੈਪੀਟਲ ਫਾਰਮ ਦੇ ਵਿੱਚ ਨਹੀਂ ਲਿਖਣਾ ਤੇ ਵਿਦਆਊਟ ਐਨੀ ਸਪੇਸ ਤੁਸੀਂ ਨੇਮ ਦੇਣਾ, ਪੂਰੇ ਨੇਮ 'ਚ ਕੋਈ ਸਪੇਸ ਨਹੀਂ ਹੋਣੀ ਚਾਹੀਦੀ, ਠੀਕ ਹੈ। ਹੈਕਸਾ ਅਮਾਈਨ ਕੋਬਾਲਟ ਨਿਕਲ, ਹੈਕਸਾ ਅਮਾਈਨ ਨਿਕਲ 2। अच्छा हुण इस स्क्वायर ब्रैकेट के ऊपर पॉजिटिव चार्ज सी, पॉजिटिव चार्ज मतलब कि इट इज ए आयन, तो इसके नेम के एंड पे लिख दो आयन, चाहे पॉजिटिव चार्ज है चाहे नेगेटिव चार्ज है, नेम के एंड पे आयन जरूर लिख देना। जे जीरो चार्ज है फिर नहीं लिखना, ठीक है। आयन लिख दो अगर ये थे चार्ज है, पॉजिटिव चार्ज है या नेगेटिव चार्ज है, ठीक है। इस तरीके नेम देना। चलो एक और लईए आपां। फॉर एग्जांपल ये है तुहाडे कोले COCl3NH3 ये मॉलिक्यूल है, इसका नेम देना अपन। तो किवें देवांगे, मेटल है कोबाल्ट, ऑक्सीडेशन स्टेट कटिए तो X, क्लोरीन दे उत्ते चार्ज -1, अमोनिया दे ऊपर 0, तो X -1 * 3 -3 प्लस 0 * 3 0 इक्वल टू ओवरऑल चार्ज इसके ऊपर कुछ नहीं है तो इक्वल टू 0, तो x - 3 इज इक्वल टू 0, x इज इक्वल टू +3, मतलब जो मेटल है उसके ऑक्सीडेशन स्टेट +3 है, ठीक है। हुण देखो कंपलेक्स के ऊपर कोई चार्ज नहीं, न्यूट्रल कंपलेक्स है तो मेटल का नेम एज इट इज ही आएगा। कोबाल्ट है तो कोबाल्ट नूं आपां कोबाल्ट ही लिखांगे, कोबाल्टेट नहीं लिखना, ठीक है। अच्छा ये हो गया। हुण लीगेंड्स के नेम देइए। लिगेंड मेरे को दो है, एक क्लोरीन है एक अमोनिया है। क्लोरीन
-1 ਚਾਰਜ ਵਾਲਾ ਹੁੰਦਾ Cl ਨੈਗੇਟਿਵ, ਅਮੋਨੀਆ ਦੇ ਉੱਤੇ ਕੋਈ ਚਾਰਜ ਨਹੀਂ ਹੈ। ਤਾਂ ਨੈਗੇਟਿਵ ਚਾਰਜ ਵਾਲਾ ਲਿਗੈਂਡ ਹੈ ਕਲੋਰਾਈਡ। ਮੈਂ ਤੁਹਾਨੂੰ ਕਿਹਾ ਸੀ ਕਿ ਜੋ ਨੈਗੇਟਿਵ ਚਾਰਜ ਵਾਲੇ ਲਿਗੈਂਡਸ ਹੁੰਦੇ ਆ ਉਹਨਾਂ ਦੇ ਨੇਮ ਦੇ ਐਂਡ ਤੇ O ਲਗਾਉਣਾ ਹੈ। ਤਾਂ ਕਲੋਰਾਈਡ ਦਾ ਬਣ ਜਾਏਗਾ ਕਲੋਰਾਈਡੋ। ਠੀਕ ਹੈ, ਟੇਬਲ ਖੋਲਿਓ, ਉਸ ਚ ਐਜ਼ ਇਟ ਇਜ਼ ਕਲੋਰੀਡੋ ਹੀ ਲਿਖਿਆ ਹੋਇਆ ਹੈ, ਤਾਂ ਉਹਨੂੰ ਦੇਖ ਲੈਣਾ ਤੁਸੀਂ। ਕਲੋਰੀਡੋ। ਅਮੋਨੀਆ ਦਾ ਨੇਮ ਅਮਾਈਨ, AMMINE, ਅਮਾਈਨ ਲਿਖਣਾ ਹੈ। ਠੀਕ ਹੈ, ਤਾਂ ਹੁਣ ਕਲੋਰਾਈਡੋ ਹੋ ਗਿਆ, ਅਮਾਈਨ ਹੋ ਗਿਆ। ਕਿੰਨੇ ਕਲੋਰਾਈਡੋ ਹੈ? 3 ਕਲੋਰਾਈਡੋ ਮੀਨਸ ਇਟ ਇਜ਼ ਟ੍ਰਾਈਕਲੋਰਾਈਡੋ। ਅਮੋਨੀਆ ਵੀ 3 ਹੈ, ਇਟ ਮੀਨਸ ਇਟ ਇਜ਼ ਟ੍ਰਾਈਅਮਾਈਨ। ਠੀਕ ਹੈ, ਹੁਣ सब देख लिया, ऑक्सीडेशन स्टेट कर ली, लिगेंड्स ਦੇ ਨੇਮ ਦੇਖ ਲਏ, ਮੈਟਲ ਦਾ ਨੇਮ ਦੇਖ ਲਿਆ, ਸਭ ਕੁਝ ਹੋ ਗਿਆ। ਹੁਣ ਆਪਾਂ ਅਰੇਂਜ ਕਰਨਾ ਹੈ। ਅਰੇਂਜਮੈਂਟ ਪਹਿਲਾਂ ਲਿਗੈਂਡ ਫਿਰ ਮੈਟਲ। ਲਿਗੈਂਡ ਹੁਣ ਦੋ ਅਲੱਗ-ਅਲੱਗ ਟਾਈਪ ਦੇ ਹੈ, ਤਾਂ ਦੋਨੋਂ ਨੂੰ ਅਲਫਾਬੈਟਿਕਲੀ ਆਪਾਂ ਨੇ ਅਰੇਂਜ ਕਰਨਾ ਹੈ। ਅਲਫਾਬੈਟਿਕਲੀ ਅਰੇਂਜ ਕਰਨ ਵੇਲੇ ਮੈਂ ਤੁਹਾਨੂੰ ਕਿਹਾ ਸੀ ਕਿ ਜੋ ਡਾਈਟਰਾਈ ਟੈਟਰਾ ਹੁੰਦਾ ਉਹਨੂੰ ਨਹੀਂ ਦੇਖਣਾ, ਤੁਸੀਂ ਲਿਗੈਂਡ ਦਾ ਨੇਮ ਦੇਖਣਾ ਹੈ। ਇੱਥੇ C ਹੈ, ਇੱਥੇ A ਹੈ। ਕਲੋਰੀਡੋ ਦੀ C ਦੇਖਣੀ ਹੈ, ਅਮਾਈਨ ਦੀ A ਦੇਖਣੀ ਹੈ। ਤਾਂ A ਪਹਿਲਾਂ ਆਉਂਦੀ ਹੈ, ਤਾਂ ਪਹਿਲਾਂ ਕੀ ਆਏਗਾ? ਟਰਾਈ अमाइन। ठीक है, फिर क्या आएगा? ट्राई क्लोराइडो, ट्राई अमाइन, ट्राई क्लोराइडो। पहला अमाइन फिर क्लोराइड। ठीक है, दोनों हो गए। इस तो बाद मेटल। मेटल केड़ी है? कोबाल। कोबाल की ऑक्सीडेशन स्टेट है 3, तो कोबाल 3। बस इन्ना का नेम है। इसके ऊपर कोई चार्ज तो है नहीं, तो मगर कोई आयन वगैरह कुछ नहीं लगाना। ठीक है, एज इट इज नेम दे देना। चलो ਹੋਰ ਆਪਾਂ ਐਗਜ਼ਾਮਪਲਸ ਕਰਦੇ ਹਾਂ। ਬਹੁਤ ਐਗਜ਼ਾਮਪਲਸ ਹੈ ਤੁਹਾਡੇ ਕੋਲੇ, ਟਰਾਈ ਕਰਨ ਲਈ ਵੀ ਬਹੁਤ ਹੈ। ਤੇ ਜਿਵੇਂ ਹੁਣ ਆ ਲੈ ਲਓ ਆਪਾਂ FeCN6 4 ਨੈਗੇਟਿਵ, ਇਹ ਕੰਪਲੈਕਸ ਹੈ। ਹੁਣ ਦੇਖੋ ਤੇ ਨੈਗੇਟਿਵ ਚਾਰਜ ਹੈ। ਨੈਗੇਟਿਵ ਚਾਰਜ ਮੀਨਸ ਕਿ ਇਟ ਇਜ਼ ਐਨਾਇਨਿਕ। ਅਗਰ ਐਨਾਇਨਿਕ ਕੰਪਲੈਕਸ ਹੈ ਤਾਂ ਇਸ ਦਾ ਮਤਲਬ ਹੈ ਕਿ ਇਸ ਦੀ ਨੇਮ ਦੇ ਐਂਡ ਤੇ 8 ਲੱਗੇਗਾ। ਤਾਂ ਆਇਰਨ ਦਾ ਜੋ ਕੰਪਲੈਕਸ ਹੁੰਦਾ ਨੈਗੇਟਿਵ ਚਾਰਜ ਵਾਲਾ, ਉਸ ਟਾਈਮ ਉਹਦਾ ਨਾਮ ਲਿਖਦੇ ਆਪਾਂ ਫੈਰੇਟ। ਠੀਕ ਹੈ, ਆਇਰਨ 8 ਨਹੀਂ ਲਿਖਣਾ, ਫੈਰੇਟ ਲਿਖਣਾ ਹੈ। ਚਲੋ ऑक्सीडेशन स्टेट कटिए। X साइनाइड दा -1, X into 1 X, -1 into 6 -6 is equal to -4। ओवरऑल चार्ज कितना? -4। ठीक है, ये लो X is equal to -4 plus 6 that is equal to +2। मतलब आयरन दी ऑक्सीडेशन स्टेट +2 आ गई। ਤਾਂ ਬ੍ਰੈਕਟ ਦੇ ਵਿੱਚ ਰੋਮਨ ਲੈਟਰ ਪਾ ਕੇ ਆਪਾਂ ਨੇ 2 ਲਿਖਣਾ ਹੈ। ਹਾਂਜੀ, ਹੁਣ ਇਸ ਤੋਂ ਬਾਅਦ नेमिंग स्टार्ट करनी है लिगेंड की। लिगेंड इतने इको ही है, साइनाइड। तो साइनाइड का की बन जाएगा? साइनिडो। ठीक है, साइनिडो लिख लो या फिर साइनो लिख लो, कोई दिक्कत नहीं। ठीक है, आजकल साइनिडो चलता, पहला किसी टाइम से साइनो भी लिखा जाता सीगा। चलो, तो हम साइनिडो है 6, तो इट इज हेक्सा साइनिडो। ठीक है, कोई भी लेटर जो है कैपिटल नहीं रखना, कोई स्पेस नहीं रखनी। हेक्सा साइनिडो। मेटल केड़ी है? आयरन। आयरन का नेम की दिता जाएगा? फेरेट। हेक्सा साइनिडो फेरेट ਤੇ 2। ठीक है, नेगेटिव चार्ज है, नेगेटिव चार्ज का एंड ते लगा दो आयन। ਇੱਥੇ ਸਪੇਸ ਦੇਣੀ ਹੈ, ਆਇਨ ਲਿਖਣ ਤੋਂ ਪਹਿਲਾਂ ਸਪੇਸ ਦੇਣੀ ਹੈ। ਠੀਕ ਹੈ, ਬਟ ਜੋ ਸਕੁਅਰ ਬ੍ਰੈਕਟ ਵਾਲਾ ਪੋਰਸ਼ਨ ਹੁੰਦਾ ਉਸ ਦੇ ਵਿੱਚ ਕੋਈ ਸਪੇਸ ਨਹੀਂ ਦੇਣੀ। ਠੀਕ ਹੈ, ਇਸ ਤਰੀਕੇ ਦੀ ਐਗਜ਼ਾਮਪਲਸ ਹੈ। ਕੁਝ ਹੋਰ ਵੀ ਆਪਾਂ ਕਰਦੇ ਹਾਂ। ਤਾਂ ਜਿਵੇਂ ਸਪੋਜ਼ ਕਰੋ ਕੋਈ ਮੋਲੀਕਿਊਲ ਆਪਾਂ ਲੈ ਲੈਂਦੇ ਹਾਂ ਕਿ 3FeCN6। ਸਪੋਜ਼ ਕਰੋ ਇਹ ਕੰਪਲੈਕਸ ਲੈ ਲਿਆ ਆਪਾਂ ਨੇ। ठीक है, इस तरह का कोऑर्डिनेशन कॉम्प्लेक्स ले लिया, इसका नेम देना है। तो हुन पहला तो मैं बिना प्राइमरी वैलेंसी वाले लए सी है ना। हुन प्राइमरी वैलेंसी भी हो सकती है नाल, तो तुसी की करना पहले उन्हें आयनाइज कर दो। प्राइमरी वैलेंसी ਨੂੰ ਜਦੋਂ ਆਇਨਾਈਜ਼ ਕਰੋਗੇ ਤਾਂ 3 पोटेशियम जो है वो बाहर निकल जाएंगे। 3 पोटेशियम ਜਦੋਂ ਬਾਹਰ ਨਿਕਲ ਗਏ FeCN6 3 नेगेटिव बन जाएगा। 3 नेगेटिव, हाँ 3 पोटेशियम बाहर निकल गई तो ਇਹਦੇ ਉੱਤੇ -3 ਚਾਰਜ ਆ ਗਿਆ। ठीक है, ਹੁਣ ਇਹ ਕੰਪਲੈਕਸ ਆਇਨ ਬਣ ਗਿਆ। ਹੁਣ ਜਿਵੇਂ ਆਪਾਂ ਬਾਕੀ ਸਾਰੇ ਰੂਲਸ ਲਗਾਏ ਸੀ ਉਵੇਂ ਚਲਾਣਾ ਹੈ। ਤਾਂ ਹੁਣ ਇਸ ਕੰਪਲੈਕਸ ਦਾ ਨੇਮ ਦੇਣਾ ਹੈ ਬਿਲਕੁਲ ਸੇਮ ਹੈ ਜੋ ਹੁਣੇ ਤੁਹਾਨੂੰ ਕਰਾਇਆ FeCN6 4 ਨੈਗੇਟਿਵ ਵਾਲਾ। ਠੀਕ ਹੈ, ਬਿਲਕੁਲ ਸੇਮ ਨੇਮਿੰਗ ਦੇਣੀ ਹੈ। ਤੁਸੀਂ ਟਰਾਈ ਕਰੋ। ਇਸ ਦਾ ਨੇਮ ਆਏਗਾ ਹੈਕਸਾ ਸਾਇਆਨਿਡੋ ਫੈਰੇਟ ਤੇ 3। ਸਿਰਫ ਆਕਸੀਡੇਸ਼ਨ ਸਟੇਟ ਦਾ ਫਰਕ ਪਏਗਾ 3। ਮੈਂ ਤੁਹਾਨੂੰ ਕਿਹਾ ਸੀ ਨਾ ਪ੍ਰਾਇਮਰੀ ਵੈਲੈਂਸੀ ਜੋ ਹੈ ਇਟ ਡਿਟਰਮਾਈਨਸ ਦਾ ਆਕਸੀਡੇਸ਼ਨ ਸਟੇਟ। ਤਾਂ ਹੁਣ ਅਗਰ K3 ਲੱਗਿਆ ਹੋਇਆ ਹੈ, ਆਕਸੀਡੇਸ਼ਨ ਸਟੇਟ ਚੇਂਜ ਹੋ ਗਈ। ਠੀਕ ਹੈ, ਪਹਿਲਾਂ +2 ਸੀ, ਹੁਣ +3 ਹੋ ਗਈ ਤੇ ਐਂਡ ਤੇ ਆਇਨ ਨਹੀਂ ਲਗਾਣਾ। ਹੁਣ ਤੁਹਾਡੇ ਕੋਲੇ ਕੰਪਾਊਂਡ ਇਹ ਸੀ ਨਾ, ਤਾਂ ਹੁਣ ਤੁਸੀਂ ਇਸ ਦੇ ਅਕੋਰਡਿੰਗ ਨੇਮ ਦੇਣਾ ਹੈ। ਜੋ FeCN6 ਹੈ ਇਸ ਦਾ ਨੇਮ ਤਾਂ ਤੁਸੀਂ ਦੇ ਲਿਆ। ਠੀਕ ਹੈ, ਹੁਣ ਮਗਰ ਆਇਨ ਨਹੀਂ ਲਿਖ ਦੇਣਾ, ਆਇਨ ਦੀ ਆਦਤ ਨਹੀਂ ਪਾਣੀ। ਆਇਨ ਸਿਰਫ ਉਦੋਂ ਦੇਣਾ ਜਦੋਂ ਤੁਹਾਨੂੰ ਆਟੋਮੈਟਿਕਲੀ ਕੰਪਲੈਕਸ ਆਇਨ ਦਿੱਤਾ ਪਿਆ ਹੋਵੇ। ਜੇ ਤੁਹਾਨੂੰ ਇੱਕ ਪੂਰਾ ਕੰਪਾਊਂਡ ਦਿੱਤਾ ਹੋਇਆ ਤਾਂ ਤੁਸੀਂ ਮਗਰ ਆਇਨ ਨਹੀਂ ਲਗਾਣਾ। ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ ਆ ਪੋਟਾਸ਼ੀਅਮ ਲਿਖਣਾ ਹੈ। ਮੁਰੇ ਪੋਟਾਸ਼ੀਅਮ ਹੈ ਨਾ, ਸਕੁਅਰ ਬ੍ਰੈਕਟ ਦਾ ਨੇਮ ਦੇ ਲਿਆ।
ਹੁਣ ਜੋ ਬਾਹਰ ਪ੍ਰਾਇਮਰੀ ਵੈਲੈਂਸੀ ਹੈ उसका नेम देना है, जे मूरे लिखा होया तो उसका नेम मूरे देना है, ते जे मगर लिखा होया तो उसका नेम मगर देना है। तो हुण पोटाशियम है, मैं तुहानूं कहा सी पॉजिटिव वाले मूरे दिते होणगे, तो उसका नेम मूरे ही लिखना है। पोटाशियम का नेम की बनेगा पोटाशियम, ठीक है। पोटाशियम देता, इत्थे स्पेस पा सकते हो, इत्थे स्पेस पा दो, दिक्कत नहीं है, स्केयर ब्रैकेट दे विच स्पेस नहीं पानी, ठीक है। पोटाशियम का नेम देता। अच्छा दूजी गल जिहड़ी ख्याल च रखनी है, जिवें हुण इत्थे K3 है, K3 दा मतलब 3 मतलब ट्राई पोटाशियम, इत्थे कोई भी डाई ट्राई टेट्रा कुछ नहीं यूज करना। जिन्ने रूल्स ने सारे स्केयर ब्रैकेट दे लिए है, प्राइमरी वैलेंसी लीड नहीं है। तो जे बाहर पोटाशियम 3 है, 4 है, 40 है, जिन्ने मर्जी पोटाशियम है, तो उसको सिर्फ पोटाशियम लिखोगे, कोई डाई ट्राई टेट्रा पेंटा हेक्सा कुछ नहीं यूज करना, ठीक है। क्लियर है ना। तो इस तरीके नाल डाई ट्राई टेट्रा पेंटा तुसी कुछ नहीं यूज करना, ठीक है। सारे रूल सिर्फ स्केयर ब्रैकेट लिए है। अच्छा जिवें सपोज करो कि एक कॉम्प्लेक्स आपां ले लेने हैं CO, कुछ ले लिए आपां, ओके हाँ ये ले लो COBr2En2Cl, ठीक है। ये कॉम्प्लेक्स ले, हुण इस कॉम्प्लेक्स का नेम देना है। तो हुण इहदे नेम देने वेले की करोगे, पहले इसनूं आयनाइज करो, COBr2En2। आयनाइजेशन जो करोगे, क्लोरीन बाहर निकल गया, एक ही क्लोरीन है प्राइमरी वैलेंसी जो बाहर निकल गया, तो इसके ऊपर प्लस पॉजिटिव चार्ज आ जाएगा। हुण कैटाइनिक कॉम्प्लेक्स है, मतलब मेटल का नाम एज इट इज, कोबाल्ट है तो कोबाल्ट लिखांगे, ठीक है। तो मेटल का नेम तो कोबाल्ट ही लिखा जाऊगा, कोबाल्टेट नहीं लिखा जाएगा। हुण ऑक्सीडेशन स्टेट X, ब्रोमीन का -1, इथिलीन डाइमीन जो है न्यूट्रल मॉलिक्यूल है, टेबल्स देखियो न्यूट्रल की कैटेगरी च लिखा होगा इथेन 1 2 डाइमीन। हाँ जी, x into 1 x, -1 into 2 -2, plus 0 into 2 0 is equal to ओवरऑल चार्ज। ओवरऑल चार्ज कितना है +1, ठीक है, उत्थे +1 आ गया ना ओवरऑल चार्ज। तो x is equal to 1 plus 2 that is equal to 3। तो कोबाल्ट दी ऑक्सीडेशन स्टेट ਤੁਹਾਡੇ ਕੋਲੇ आ गई +3, ठीक है। ऑक्सीडेशन स्टेट बड़े ध्यान नाल करनी है। हाँ जी, हुण आपां लिगेंड्स दे नेम दईए। लिगेंड्स दे नेम देने हैं, 2 ब्रोमीन है, ठीक है। ब्रोमीन का जो नेम है दैट इज नेम्ड एज ब्रोमीडो, स्मॉल लिख लो ब्रोमीडो, क्योंकि नेगेटिव चार्ज है तो नेगेटिव चार्ज मतलब एंड ते ओ लगाना, ब्रोमीडो। EN है, EN का नेम हुंदा है इथेन 1 2 डाइअमाइन, ठीक है। इथेन 1 2 डाइअमाइन है लिगेंड है। तो हुण तुसीं की करना है, ਇਹਦੇ ਨਾਲ ਦੇ ਵੀ 2 है, ਇਹਦੇ ਨਾਲ ਦੇ ਵੀ 2 है, ठीक है। मैं तुम क्या सी जो भी डाइट्राई टेट्रा हुंदा आपां उसनूं नहीं देखना, आपां जो एक्चुअल नेम है लिगेंड दा उसके अकॉर्डिंग आपां नेमिंग देनी है। ब्रोमाइडो दी B देखनी है ते इथेन 1 2 डाइअमाइन दी E देखनी है, ठीक है। इसके अकॉर्डिंग आपां ने नेम देना है। तो ब्रोमाइडो दी B है, B पहला आंदी है अल्फाबेटिकली, तो पहला ब्रोमाइडो आएगा, E बाद आंदी है तो इथेन 1 2 डाइअमाइन बाद आएगा, ठीक है। अच्छा हुण ब्रोमाइडो, ब्रोमाइडो कितने है 2, तो इट मींस इट इज डाइब्रोमाइडो, ठीक है। EN भी 2 है, EN 2 है तो मतलब इथे भी आपां की लगावांगे डाई। अच्छा हुण इथे ख्याल की रखना है कि इथे आपां डाई जे लिख दिन्ने हैं तो ये बन जाएगा डाई इथेन 1 2 डाइअमाइन, है ना। इस तरह के केस दे विच जो नेमिंग है वो थोड़ी जी अलग टाइप दी है। तो जे ये डाई तुसी लिख दिंदे हो तो वो डाई स्पेसिफाई नहीं हुंदा किस किन्ने मॉलिक्यूल दे लई है, ठीक है। तो तुसी की करना है, इथे डाई नहीं यूज करना, तुसी इथे यूज करना है बिस। ये कुछ कॉम्प्लेक्स लिगेंड्स हुंदे हैं, उन्हां दे लई आपां एक अलग कैटेगरी यूज करते हैं नेमिंग दी। इथे आपां यूज करना बिस, BIS, ठीक है। तो अगर 2 है तो 2 मतलब बिस इथे लिखना है आपां ने। ये कदों यूज करना है, ठीक है। 2 मतलब बिस, 3 मतलब ट्रिस, 4 का मतलब हैगा इथे टेट्राकिस, टेट्राकिस KIS, 5 मतलब पेंटाकिस, पेंटा KIS, ठीक है। एक अलग सीक्वेंस है। ये सीक्वेंस तुसी कदों यूज करनी है, ये सिर्फ कुछ स्पेशल लिगेंड्स के लिए ही यूज होंदी है। ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਲਿਗेंड स्पेशल है ਜਾਂ नहीं है? तो ਤੁਸੀਂ ਕੀ ਕਰਨਾ ਹੈ, ਤੁਸੀਂ ਲਿਗेंड ਦੇ ਨੇਮ ਦੇ ਵਿੱਚ ਚੈੱਕ ਕਰੋ ਕਿ ਡਾਈ ਟਰਾਈ ਟੈਟਰਾ ਪੈਂਟਾ ਪਹਿਲਾਂ ਤਾਂ ਨਹੀਂ ਆਇਆ। ਜੇ ਡਾਈ ਟਰਾਈ ਟੈਟਰਾ ਪੈਂਟਾ ਆਲਰੇਡੀ ਹੈ ਤਾਂ ਤੁਸੀਂ ਦੁਬਾਰਾ ਡਾਈ ਟਰਾਈ ਟੈਟਰਾ ਨਹੀਂ ਲਗਾਣਾ, ਤੁਸੀਂ ਫਿਰ ਆ ਸੀਕੁਐਂਸ ਯੂਜ਼ ਕਰੋਗੇ, ठीक है। ਜਿਵੇਂ ਹੁਣ ਇਹਦੇ ਨੇਮ ਚ ਇਥੇਨ 1 2 डाइअमाइन, डाइअमाइन मतलब डाई आ गया ना। अगर ऑलरेडी डाई आ गया तो इसका मतलब तुसी दोबारा मूरे डाई नहीं लगाना, तुसी मूरे लगाओगे बिस। अगर 2 है तो बिस,
ਅਗਰ EN 3 ਹੁੰਦੇ ਤਾਂ ਟ੍ਰਿਸ, ਅਗਰ EN ਨਾਲ ਦੇ 4 ਹੁੰਦੇ ਤਾਂ ਟੈਟਰਾਗਿਸ ਐਂਡ ਸੋ ਔਨ ਆਪਾਂ ਇਹ ਚਲਾ ਦੇਣਾ ਸੀ। ਠੀਕ ਹੈ ਹਾਂਜੀ। ਦੂਜੀ ਗੱਲ, ਜਦੋਂ ਤੁਸੀਂ ਬਿਸ ਲਿਖੋਗੇ ਤਾਂ ਬਿਸ ਤੋਂ ਬਾਅਦ ਬ੍ਰੈਕਟ ਪਾਣੀ ਹੈ ਤਾਂ ਕਿ ਪਤਾ ਲੱਗੇ ਵੀ ਬਿਸ ਕਿੰਨੇ ਕੁ ਲਈ ਹੈ। ਬਿਸ ਇੰਨੇ ਲਈ ਹੈ, ਇਥੇਨ 1,2 ਡਾਈਅਮਾਈਨ। ਠੀਕ ਹੈ, ਹੁਣ ਹੋ ਗਿਆ ਨੇਮਿੰਗ ਸਾਰਾ। ਹੁਣ ਜੋੜਨਾ ਹੈ, ਜੋੜਾਂਗੇ ਕਿਵੇਂ? ਪਹਿਲਾਂ ਬ੍ਰੋਮਾਈਡੋ ਦੀ B ਆਉਂਦੀ ਹੈ ਤਾਂ ਇਹ ਬਣ ਗਿਆ ਡਾਈ ਬ੍ਰੋਮਾਈਡੋ। ਇਸ ਤੋਂ ਬਾਅਦ ਲਿਗੈਂਡ ਆ ਗਿਆ EN ਦਾ ਨੇਮ ਹੈਗਾ ਬਿਸ ਇਥੇਨ 1,2 ਡਾਈਅਮਾਈਨ। ਠੀਕ ਹੈ, ਜੋ ਵੀ ਨਿਊਮੈਰੀਕਲਸ ਨੰਬਰਸ ਹੈਗੇ ਆ ਉਹਨਾਂ ਨੂੰ ਤੁਸੀਂ ਕਾਮਾ ਨਾਲ ਸੈਪਰੇਟ ਕਰਨਾ ਹੈ। ਠੀਕ ਹੈ, ਤੇ ਇਸ ਤੋਂ ਬਾਅਦ ਕੀ ਆਏਗਾ? ਡਾਈ ਬ੍ਰੋਮਾਈਡੋ ਬਿਸ ਇਥੇਨ 1,2 ਡਾਈਅਮਾਈਨ। ਲਿਗੈਂਡ ਸਾਰੇ ਹੋ ਗਏ। ਹੁਣ ਰਹੀ ਮੈਟਲ। ਮੈਟਲ ਦਾ ਨੇਮ ਹੈ ਕੋਬਾल्ट। ਕੋਬਾल्ट ਛੋਟੀ ਸੀ ਰੱਖਣੀ ਹੈ ਆਪਾਂ ਨੇ, ਕੈਪੀਟਲ ਲੈਟਰ ਕੋਈ ਨਹੀਂ ਰੱਖਣਾ। ਕੋਬਾल्ट। ਇਸ ਤੋਂ ਬਾਅਦ ਆਕਸੀਡੇਸ਼ਨ ਸਟੇਟ, ਕੋਬਾल्ट ਦੀ ਆਕਸੀਡੇਸ਼ਨ ਸਟੇਟ ਹੈ 3। ਠੀਕ ਹੈ, ਇਹ ਹੋ ਗਿਆ ਸਾਰਾ। ਹੁਣ ਸਕੁਅਰ ਬ੍ਰੈਕਟ ਵਾਲਾ ਸਾਰਾ ਪੋਰਸ਼ਨ ਹੋ ਗਿਆ। ਐਂਡ ਤੇ ਰਹਿ ਗਿਆ Cl ਐਂਡ ਤੇ ਲਿਖ ਦਿਓ ਕਲੋਰਾਈਡ। ਠੀਕ ਹੈ, ਲਿਖਣਾ ਸਮਾਲ ਲੈਟਰਸ ਦੇ ਵਿੱਚ ਹੀ ਹੈ, ਬਟ ਜਿਵੇਂ ਇੱਥੇ ਤਾਂ ਚਲੋ ਇੱਕੋ ਹੀ ਕਲੋਰਾਈਡ ਹੈ। ਜੇ ਮੰਨ ਲਓ ਇੱਥੇ Cl2 Cl3 Cl4 ਵੀ ਹੁੰਦਾ ਤਾਂ ਵੀ ਤੁਸੀਂ ਕੋਈ ਡਾਈਟਰਾਈਟ ਟੈਟਰਾ ਇੱਥੇ ਨਹੀਂ ਲਗਾਉਣਾ ਸੀ। ਠੀਕ ਹੈ, ਇੱਥੇ ਸਿੰਪਲੀ ਕਲੋਰਾਈਡ ਹੀ ਲਿਖਿਆ ਜਾਂਦਾ ਹੈ। ਸਾਰੇ ਰੂਲ ਸਿਰਫ ਕੋਆਰਡੀਨੇਸ਼ਨ ਜੋ ਸਕੁਅਰ ਬ੍ਰੈਕਟ ਹੈ ਉਸ ਦੇ ਲਈ ਬਣੇ ਹੋਏ ਹੈ। ਜੋ ਪ੍ਰਾਇਮਰੀ ਵੈਲੈਂਸੀ ਹੈ ਉਸ ਦੇ ਲਈ ਕੋਈ ਰੂਲ ਨਹੀਂ ਲਗਾਣੇ, ਤੁਸੀਂ ਉਹਨਾਂ ਦੇ ਨੇਮ ਸਿੰਪਲ ਲਿਖਣੇ ਆ। ਪ੍ਰਾਇਮਰੀ ਵੈਲੈਂਸੀ ਸਿਰਫ ਆਕਸੀਡੇਸ਼ਨ ਸਟੇਟ ਚੇਂਜ ਕਰੂਗੀ, ਹੋਰ ਕਿਸੇ ਵੀ ਤਰ੍ਹਾਂ ਦਾ ਚੇਂਜ ਉਹ ਨੇਮ ਦੇ ਵਿੱਚ ਨਹੀਂ ਆਏਗਾ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ IUPAC ਨੇਮਿੰਗ ਦੇਣੀ ਹੈ। ਬਹੁਤ ਸਾਰੀਆਂ ਐਗਜ਼ਾਮਪਲਸ ਹੋਰ ਵੀ ਹੈਗੀਆਂ, ਉਹ ਤੁਹਾਨੂੰ ਮੈਂ ਸੈਂਡ ਕਰਦਾ। ਉਹਦੇ ਚੋਂ ਤੁਸੀਂ ਟਰਾਈ ਕਰਨਾ। ਜਿੰਨੇ ਵੀ ਕੋਈ ਡਾਊਟ ਹੋਏ ਉਹ ਤੁਸੀਂ ਮੈਨੂੰ ਸੈਂਡ ਕਰਿਓ, ਫਿਰ ਉਹਨਾਂ ਨੂੰ ਮੈਂ ਤੁਹਾਨੂੰ ਸੋਲਵ ਕਰਕੇ ਦੇਵਾਂਗਾ। ਠੀਕ ਹੈ।